TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਭਾਰਤ ਦੇ ਰੂਸ ਨਾਲ ਖੜਨ ਪਿੱਛੇ ਕੀ ਕਾਰਨ, ਕਰਾਂਗੇ ਚਰਚਾ। UN ਜਨਰਲ ਅਸੈਂਬਲੀ ਦਾ ਐਮਰਜੈਂਸੀ ਸੈਸ਼ਨ ਜਾਰੀ। ਐਟਮੀ ਕਮਾਂਡ ਟੀਮ ਨੂੰ ਮਿਲਣ ਪਹੁੰਚੇ ਰੂਸੀ ਰਾਸ਼ਟਰਪਤੀ ਪੁਤਿਨ। ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ ਅਤੇ ਏਜੰਟਾਂ ਨੇ ਵਿਦਿਆਰਥੀ ਨੂੰ ਠੱਗਣਾ ਕੀਤਾ ਸ਼ੁਰੂ। ਰੂਸ ਯੂਕਰੇਨ ਜੰਗ ਕਾਰਨ ਦੁਨੀਆ 'ਚ ਪੈਦਾ ਹੋ ਸਕਦਾ ਹੈ ਅੰਨ ਸੰਕਟ। ਮਾਪਿਆਂ ਦੇ ਵਿਦਿਆਰਥੀਆਂ ਨਾਲੋਂ ਟੁੱਟਣ ਲੱਗੇ ਸੰਪਰਕ ਅਤੇ ਵਿਦਿਆਰਥੀਆਂ ਕੋਲ ਯੂਕਰੇਨ ਵਿੱਚ ਹੁਣ ਕਿਹੜੇ ਬਦਲ ਬਚੇ। ਦੋਸਤੋ, ਇਹ ਕੁਝ ਖਬਰਾਂ ਨੇ, ਕੁਝ ਜਾਣਕਾਰੀਆਂ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਇਹਦੇ ਤੋਂ ਪਹਿਲਾਂ ਕਿ ਇਹਨਾਂ ਸਭਨਾਂ ਦੇ ਉੱਤੇ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਫਿਰ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਤਾਂ ਇਹ ਵਿਚਾਰੀਏ ਕਿ ਭਾਰਤ ਦਾ ਝੁਕਾਅ ਰੂਸ ਵੱਲ ਕਿਉਂ ਹੈ? ਕਿਉਂਕਿ ਯੂਕਰੇਨ ਸੰਕਟ ਦੇ ਵਿੱਚ ਫਸਿਆ ਹੋਇਆ ਹੈ। ਭਾਰਤ ਕਿੱਥੇ ਫਸਿਆ ਹੋਇਆ ਹੈ? ਕਿਉਂਕਿ ਭਾਰਤ ਅਮਰੀਕਾ ਵੱਲ ਵੀ ਝੁਕਾਅ ਰੱਖਦਾ ਤੇ ਰੂਸ ਵੱਲ ਵੀ, ਅਤੇ ਦੋਵਾਂ ਹੀ ਮੁਲਕਾਂ ਦੇ ਵੱਲੋਂ, ਅਮਰੀਕਾ ਵੱਲੋਂ ਵੀ ਤੇ ਰੂਸ ਵੱਲੋਂ ਵੀ, ਆਪੋ ਆਪਣੇ ਸਮਰਥਨ ਵਾਸਤੇ ਭਾਰਤ ਉੱਤੇ ਦਬਾਅ ਵੀ ਹੋ ਸਕਦਾ ਹੈ। ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਰੂਸ ਦੇ ਖਿਲਾਫ ਇੱਕ ਨਿੰਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਭਾਰਤ ਦਾ ਕੀ ਰੁਖ ਹੋਊਗਾ, ਤਕਰੀਬਨ ਹਰ ਕੋਈ ਉਸ ਮਸਲੇ ਦੇ ਉੱਤੇ ਭਾਰਤ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਭਾਰਤ ਉਸ ਦਿਨ ਵੋਟਿੰਗ ਤੋਂ ਦੂਰ ਰਿਹਾ ਤੇ ਉਸ ਚੀਜ਼ ਨੂੰ ਸਿੱਧਮ ਸਿੱਧਾ ਰੂਸ ਦਾ ਸਮਰਥਨ ਆਖਿਆ ਜਾ ਰਿਹਾ ਹੈ। ਆਖਰ ਅਜਿਹਾ ਕਿਉਂ ਹੈ ਕਿ ਭਾਰਤ ਰੂਸ ਨੂੰ ਇੰਨਾ ਮਹੱਤਵਪੂਰਨ ਸਮਝਦਾ ਹੈ ਜਾਂ ਰੂਸ ਭਾਰਤ ਨੂੰ ਇੰਨਾ ਮਹੱਤਵਪੂਰਨ ਸਮਝਦਾ ਹੈ? ਅਸਲ ਦੇ ਵਿੱਚ ਭਾਰਤ ਹਥਿਆਰਾਂ ਲਈ ਸਭ ਤੋਂ ਵੱਧ ਰੂਸ ਤੇ ਨਿਰਭਰ ਰਿਹਾ ਹੈ। ਹਾਲਾਂਕਿ ਅਮਰੀਕਾ ਨਾਲ ਲਗਾਤਾਰ ਭਾਰਤ ਨੇ ਵਪਾਰ ਵਧਾਇਆ ਹੈ, ਪਰ ਰੂਸ ਦੇ ਮੁਕਾਬਲੇ ਹਾਲੇ ਵੀ ਇਹ ਘੱਟ ਹੈ। ਰੂਸ ਜੇਕਰ ਅੱਜ ਤੱਕ ਦੇਖੀਏ, ਭਾਰਤ ਵਾਸਤੇ ਸਭ ਤੋਂ ਵੱਧ ਹਥਿਆਰ ਸਪਲਾਈ ਕਰਨ ਵਾਲਾ ਮੁਲਕ ਰੂਸ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਜਿਸ ਨੂੰ ਸਿਪਰੀ ਵੀ ਕਹਿੰਦੇ ਨੇ, ਉਹਨਾਂ ਦੇ ਅਨੁਸਾਰ ਰੂਸ 3 ਦਹਾਕਿਆਂ ਤੋਂ ਭਾਰਤ ਨੂੰ ਹਥਿਆਰ ਵੇਚਣ ਵਿੱਚ ਸਭ ਤੋਂ ਸਿਖਰਲੇ ਸਥਾਨ ਤੇ ਰਿਹਾ। ਹਾਲਾਂਕਿ ਅੱਜ ਜਿਹੜੇ ਅੰਕੜੇ ਨੇ ਇਹ ਵੀ ਦੱਸਦੇ ਨੇ ਕਿ ਬੀਤੇ ਕੁਝ ਕੁ ਸਾਲਾਂ ਤੋਂ ਭਾਰਤ ਹਥਿਆਰਾਂ ਵਾਸਤੇ ਹੋਰਨਾਂ ਮੁਲਕਾਂ ਵੱਲ ਵੀ ਆਪਣਾ ਮੂੰਹ ਕਰ ਚੁੱਕਿਆ ਹੈ, ਰੂਸ ਤੇ ਨਿਰਭਰਤਾ ਘਟਾ ਰਿਹਾ ਹੈ। ਇਹਦਾ ਅਹਿਮ ਕਾਰਨ ਇਹ ਵੀ ਹੈ ਕਿ ਬੀਤੇ 15 ਸਾਲਾਂ ਦੇ ਵਿੱਚ ਭਾਰਤ ਨੇ ਹਥਿਆਰ ਖਰੀਦਣ ਲਈ ਦੂਸਰੇ ਮੁਲਕਾਂ ਦਾ ਭਾਵੇਂ ਰੁੱਖ ਕਰ ਲਿਆ ਹੈ। ਭਾਰਤ ਨੇ ਰੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ, ਫਰਾਂਸ ਅਤੇ ਇਜ਼ਰਾਈਲ ਦੇ ਨਾਲ ਵੀ ਹਥਿਆਰਾਂ ਦੀ ਖਰੀਦ ਵਧਾਈ ਹੈ। ਪਰ ਇਹਦੇ ਬਾਵਜੂਦ ਹਾਲੇ ਵੀ ਰੂਸ ਨੂੰ ਉਹ ਇਗਨੋਰ ਨਹੀਂ ਕਰ ਸਕਦਾ। ਘੱਟ ਲਾਗਤ ਤੇ ਪਹੁੰਚਯੋਗ ਟੈਕਨੋਲੋਜੀ ਦੇ ਤਬਾਦਲੇ ਦੁਆਰਾ ਰੂਸ ਦੀ ਸਥਿਤੀ ਹਾਲੇ ਵੀ ਮਜ਼ਬੂਤ ਹੈ। ਨਵੇਂ ਮੁਲਕਾਂ ਤੋਂ ਹਥਿਆਰ ਖਰੀਦਣ ਦੀ ਨੀਤੀ ਵੱਲ ਭਾਰਤ ਦੇ ਜਿਹੜੇ ਪੁੱਟੇ ਗਏ ਕਦਮ ਨੇ, ਉਹਦੇ ਬਾਵਜੂਦ ਵੀ ਰੂਸ ਹੁਣ ਵੀ ਭਾਰਤ ਲਈ ਸਭ ਤੋਂ ਮਹੱਤਵਪੂਰਨ ਹਥਿਆਰ ਸਪਲਾਇਰ ਹੈ। ਇਹ ਘੱਟ ਕੀਮਤਾਂ ਆਖੀਆਂ ਜਾਈਏ ਜਾਂ ਪਹੁੰਚਯੋਗ ਆਖੀਏ ਜਾਂ ਟੈਕਨੋਲੋਜੀ ਟਰਾਂਸਫਰ ਦੀ ਗੱਲ ਕਰੀਏ ਜਾਂ ਆਪਸੀ ਇੱਕ ਦੂਸਰੇ ਨਾਲ ਸਮਝ ਦੀ ਗੱਲ ਕਰੀਏ, ਇਹਦੇ ਵਾਸਤੇ ਰੂਸ ਭਾਰਤ ਵਾਸਤੇ ਕਾਫੀ ਮਹੱਤਵਪੂਰਨ ਹੈ। ਮਾਹਿਰਾਂ ਦੇ ਮੁਤਾਬਕ ਭਾਰਤ ਲਈ ਇਹ ਤੈਅ ਕਰਨਾ ਬਹੁਤ ਮੁਸ਼ਕਲ ਹੈ ਕਿ ਯੂਕਰੇਨ ਸੰਕਟ ਵਿੱਚ ਉਹ ਕਿਹੜਾ ਰਾਹ ਚੁਣੇ। ਸੁਰੱਖਿਆ ਪਰਿਸ਼ਦ ਦੇ ਵਿੱਚ ਵੋਟਿੰਗ ਨਾ ਹੋਣ ਦਾ ਸਿੱਧਾ ਮਤਲਬ ਰੂਸ ਦਾ ਸਮਰਥਨ ਨਹੀਂ ਹੈ, ਪਰ ਇਹ ਸਪਸ਼ਟ ਹੋ ਗਿਆ ਕਿ ਹੁਣ ਭਾਰਤ ਆਪਣੇ ਪੁਰਾਣੇ ਦੋਸਤ ਦੇ ਨਾਲ ਹੈ। ਹਥਿਆਰਾਂ ਤੇ ਗੁਆਂਢੀਆਂ ਨਾਲ ਵਿਵਾਦਾਂ ਦੇ ਮਾਮਲੇ ਵਿੱਚ ਵੀ ਭਾਰਤ ਨੂੰ ਰੂਸ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਬੀਤੇ ਦਿਨੀ ਵੀ ਰੂਸ ਨੇ ਕਸ਼ਮੀਰ ਅਤੇ ਹੋਰ ਅਹਿਮ ਮੁੱਦਿਆਂ ਤੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦਾ ਸਮਰਥਨ ਕੀਤਾ ਸੀ। ਉਹ ਚੀਜ਼ਾਂ ਨੂੰ ਭਾਰਤ ਸ਼ਾਇਦ ਅੱਖੋਂ ਇਗਨੋਰ ਨਹੀਂ ਕਰ ਸਕਿਆ, ਅੱਖੋਂ ਪਰੋਖੇ ਨਹੀਂ ਕਰ ਸਕਿਆ। ਹੁਣ ਇਹਦਾ ਇੱਕ ਕਾਰਨ ਇਹਨਾਂ ਦੇ ਨਾਲ ਨਾਲ ਭਾਰਤ ਦੇ ਦੋ ਪਾਸੇ ਗੁਆਂਢੀ ਮੁਲਕ ਨੇ, ਇੱਕ ਪਾਸੇ ਚੀਨ ਤੇ ਇੱਕ ਪਾਸੇ ਪਾਕਿਸਤਾਨ, ਤੇ ਉਹ ਵੀ ਬਹੁਤ ਵੱਡਾ ਕਾਰਨ ਨੇ, ਕਿਉਂਕਿ ਇਹਨਾਂ ਦੋਵੇਂ ਗੁਆਂਢੀ ਮੁਲਕਾਂ ਨਾਲ, ਚੀਨ ਤੇ ਪਾਕਿਸਤਾਨ ਦੇ ਨਾਲ ਵੀ ਰੂਸ ਦੀ ਦੋਸਤੀ ਹੈ। ਹੁਣ ਚੀਨ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਵੀ ਸਾਰੇ ਜਾਣਦੇ ਆ। ਯੂਕਰੇਨ ਮਾਮਲੇ ਵਿੱਚ ਚੀਨ ਅਤੇ ਪਾਕਿਸਤਾਨ ਦੋਵੇਂ ਰੂਸ ਦੇ ਨਾਲ ਖੜੇ ਨੇ, ਸਿੱਧਮ ਸਿੱਧੇ ਖੜੇ ਨੇ, ਖੁੱਲ੍ਹਮ ਖੁੱਲੇ ਖੜੇ ਨੇ। ਫਿਰ ਜਦੋਂ ਗੁਆਂਢੀ ਮੁਲਕ ਦੋਵੇਂ ਭਾਰਤ ਦੇ ਨਾਲ ਅੱਖ ਵਾਲਾ ਹੈ
ਤੇ ਫਿਰ ਭਾਰਤ ਮਾਸਕੋ ਨੂੰ ਭਾਵ ਰੂਸ ਨੂੰ ਨਾਰਾਜ਼ ਨਹੀਂ ਕਰ ਸਕਦਾ। ਰੂਸ ਨੂੰ ਆਪਣੇ ਨਾਲ ਰੱਖਣਾ ਸ਼ਾਇਦ ਭਾਰਤ ਸਮਝਦਾ ਕਿ ਜ਼ਰੂਰੀ ਹੈ। ਅਮਰੀਕਾ ਨਾਲ ਜਿਹੜੇ ਸਬੰਧ ਨੇ, ਅਮਰੀਕਾ ਨਾਲ ਸਬੰਧਾਂ ਵਿੱਚ ਚੀਨ ਦੇ ਖਿਲਾਫ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਰੂਸ ਦੀ ਬਣੀ S-400 ਮਿਜ਼ਾਈਲ ਪ੍ਰਣਾਲੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੋ ਇਹ ਕੁਝ ਕੁ ਕਾਰਨ ਨੇ ਕਿ ਇੱਕ ਪਾਸੇ ਤਾਂ ਭਾਰਤ ਚੀਨ ਤੇ ਪਾਕਿਸਤਾਨ ਦੇਖਦਾ ਕਿ ਜੇ ਉਹ ਰੂਸ ਨਾਲ ਖੜੇ ਨਹੀਂ, ਜੇ ਮੈਂ ਰੂਸ ਨੂੰ ਪਿੱਠ ਦਿਖਾ ਗਿਆ ਤਾਂ ਸ਼ਾਇਦ ਮੇਰੇ ਵਾਸਤੇ ਮਾੜਾ ਹੋਣਾ ਹੈ। ਦੂਸਰਾ, ਟੈਕਨੋਲੋਜੀ ਤੇ ਪੁਰਾਣੀਆਂ ਸਾਂਝਾਂ, ਸਭ ਤੋਂ ਵੱਡਾ ਹਥਿਆਰਾਂ ਦਾ ਸਪਲਾਇਰ, ਇਹ ਕੁਝ ਇੱਕ ਗੱਲਾਂ ਨੇ ਤੇ ਜਿਹਦੇ ਕਰਕੇ ਸ਼ਾਇਦ ਭਾਰਤ ਰੂਸ ਨੂੰ ਇਗਨੋਰ ਨਹੀਂ ਕਰ ਸਕਿਆ। ਤੇ ਹੁਣ ਉੱਥੇ ਇਹ ਤਾਂ ਗੱਲ ਹੈ ਕਿ ਕੂਟਨੀਤਿਕ ਪੱਧਰ ਦੇ ਉੱਤੇ ਭਾਰਤ ਕੀ ਸੋਚਦਾ ਹੈ, ਪਰ ਜਿਹੜੇ ਉੱਥੇ ਵਿਦਿਆਰਥੀ ਫਸੇ ਹੋਏ ਨੇ ਉਹਨਾਂ ਬਾਰੇ ਕੀ ਸੋਚਦਾ ਹੈ, ਤੇ ਉਹ ਵਿਦਿਆਰਥੀ ਕੀ ਸੋਚ ਲੈ ਕੇ ਗਏ ਸੀ ਤੇ ਹੁਣ ਕੀ ਸੋਚ ਰਹੇ ਨੇ, ਇਸ ਮਸਲੇ ਦੇ ਉੱਤੇ ਬਹੁਤ ਅਹਿਮ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਸੀ, ਮਾਰਿਆ ਜਾ ਰਿਹਾ ਸੀ, ਠੁੱਡੇ, ਘਸੁੰਨ ਮੁੱਕੀਆਂ ਤੇ ਗਾਲੀ ਗਲੋਚ ਕੀਤਾ ਜਾ ਰਿਹਾ ਸੀ। ਆ ਹੁਣ ਉਹਦੇ ਤੋਂ ਵੀ ਅਗਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਯੂਕਰੇਨ ਦੇ ਲਵੀਵ ਸ਼ਹਿਰ ਦੇ ਵਿੱਚ ਪੋਲੈਂਡ ਦੀ ਸਰਹੱਦ ਤੇ ਬੈਠੇ ਕੁਝ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਸਾਡੇ ਮੁਲਕ 'ਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਆ, ਫਿਰ ਵੀ ਭਾਰਤ ਨੇ ਰੂਸ ਦਾ ਸਾਥ ਦਿੱਤਾ ਹੈ। ਹੁਣ ਤੁਹਾਡਾ ਇੱਥੇ ਕੋਈ ਵਾਸਤਾ ਨਹੀਂ, ਤੁਸੀਂ ਸ਼ਰਾਫਤ ਨਾਲ ਚਲੇ ਜਾਓ, ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ, ਭਾਵ ਉਹਨਾਂ ਨੂੰ ਸਰਹੱਦ ਲੰਘਣ ਨਹੀਂ ਦਿੱਤੀ ਜਾ ਰਹੀ। ਇਹ ਗੱਲ ਕੋਈ ਹਵਾ 'ਚ ਉੜਦੀ ਤੁਰਦੀ ਫਿਰਦੀ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਰਿਹਾ। ਇਹ ਜਾਣਕਾਰੀ ਯੂਕਰੇਨ ਦੀ ਕੀਵ ਯੂਨੀਵਰਸਿਟੀ ਦੇ ਵਿੱਚ MBBS ਦੀ ਪੜ੍ਹਾਈ ਕਰਨ ਗਏ ਨੇ ਅੰਮ੍ਰਿਤਸਰ ਦੇ ਜਗਜੀਤ ਸਿੰਘ, ਜਲੰਧਰ ਦੇ ਜੁਗਰਾਜ ਸਿੰਘ, ਬਟਾਲਾ ਦੇ ਹਰਜਿੰਦਰ ਸਿੰਘ, ਜਲੰਧਰ ਦੇ ਲਸਾੜਾ ਪਿੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ, ਪਟਿਆਲਾ ਦੇ ਗੁਰਫਤਿਹ ਸਿੰਘ, ਉਹਨਾਂ ਨੇ ਫੋਨ ਤੇ ਜਾਣਕਾਰੀ ਦਿੱਤੀ ਹੈ। ਉਹ ਉੱਥੇ ਪੋਲੈਂਡ 'ਚ ਸ਼ਰਨ ਲੈਣ ਵਾਸਤੇ ਬੈਠੇ ਹੋਏ ਸੀ। ਉਹਨਾਂ ਦੱਸਿਆ ਕਿ ਐਤਵਾਰ ਦੀ ਸ਼ਾਮ ਤਕਰੀਬਨ 4:18 ਤੇ ਲਵੀਵ ਸ਼ਹਿਰ 'ਚ ਪੋਲੈਂਡ ਦੀ ਸਰਹੱਦ ਤੇ ਉਹ ਲਾਈਨ ਦੇ ਵਿੱਚ ਖੜੇ ਸੀ। ਰਾਤ ਨੂੰ ਤੁਹਾਨੂੰ ਪਤਾ ਹੈ ਕਿ ਠੰਡਾ ਮੁਲਕ ਹੈ, ਪਾਰਾ ਹੋਰ ਡਿੱਗਿਆ, ਪਰ ਉਹਨਾਂ ਦੀ ਯੂਕਰੇਨ ਦੇ ਅਧਿਕਾਰੀਆਂ ਨੇ ਕੋਈ ਸਾਰ ਨਾ ਲਈ। ਪਰ ਹੋਇਆ ਕੀ, ਮਾੜਾ ਵਰਤਾਓ, ਦੁਰਵਿਹਾਰ ਹੋਇਆ। ਇਹ ਕਹਿੰਦੇ ਰਹੇ ਕਿ ਰੂਸ ਦੇ ਹਮਲੇ ਤੋਂ ਬਾਅਦ ਭਾਰਤ ਨੇ ਯੂਕਰੇਨ ਦਾ ਸਾਥ ਨਹੀਂ ਦਿੱਤਾ, ਬਲਕਿ ਰੂਸ ਨਾਲ ਆਪਣੀ ਦੋਸਤੀ ਨਿਭਾਈ ਹੈ। ਇੱਕ ਵਿਦਿਆਰਥੀ ਨੇ ਦੱਸਿਆ ਕਿ ਸੋਮਵਾਰ ਸਵੇਰੇ 6:30 ਵਜੇ ਉਸ ਵਕਤ ਤੱਕ ਨਾ ਉਹਨਾਂ ਨੂੰ ਚਾਹ ਨਸੀਬ ਹੋਈ, ਨਾ ਉਹਨਾਂ ਨੂੰ ਪਾਣੀ ਨਸੀਬ ਹੋਇਆ। ਤੇ ਨਸੀਬ ਕੀ ਹੋਇਆ ਕਿ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਨਾਈਜੀਰੀਅਨ ਨਾਗਰਿਕਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਚੱਲਦੇ ਨਾਈਜੀਰੀਅਨ ਨਾਗਰਿਕ ਤਾਂ ਆਪਣਾ ਸਮਾਨ ਛੱਡ ਕੇ ਉੱਥੋਂ ਦੌੜ ਗਏ। ਉਹ ਕਹਿੰਦੇ ਦੁਪਹਿਰ ਤੱਕ ਅਸੀਂ ਵੇਖਦੇ ਰਹੇ, ਉਹ ਵਾਪਸ ਨਹੀਂ ਆਏ। ਪਰ ਯੂਕਰੇਨ ਦੇ ਜਿਹੜੇ ਸੁਰੱਖਿਆ ਅਧਿਕਾਰੀ ਸੀ, ਕਿਉਂਕਿ ਹੁਣ ਜਿਹੜੇ ਉੱਥੇ ਵਿਦਿਆਰਥੀ ਪੜ੍ਹਦੇ ਆ ਉਹ ਥੋੜੀ ਬਹੁਤ ਉਹਨਾਂ ਦੀ ਜ਼ੁਬਾਨ ਸਮਝਣ ਲੱਗ ਪੈਂਦੇ ਆ, ਉਹ ਕਹਿੰਦੇ ਆਪਣੀ ਭਾਸ਼ਾ ਦੇ ਵਿੱਚ ਤੇ ਇਸ਼ਾਰਿਆਂ ਵਿੱਚ ਉਹ ਆਖ ਰਹੇ ਸੀ ਕਿ ਜਾਓ ਹੁਣ ਆਪਣੇ ਪ੍ਰਧਾਨ ਮੰਤਰੀ ਮੋਦੀ ਨੂੰ ਬੁਲਾਓ, ਉਹੀ ਤੁਹਾਨੂੰ ਇੱਥੋਂ ਭਾਰਤ ਲਿਜਾ ਸਕਦਾ ਹੈ, ਕਿਉਂਕਿ ਤੁਸੀਂ ਸਾਡਾ ਸਾਥ ਨਹੀਂ ਦਿੱਤਾ, ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੁਸੀਂ ਦੇਖੋ ਕਿ ਉਹ ਜਿਹੜੇ ਉੱਥੇ ਬੱਚੇ ਫਸੇ ਹੋਏ ਨੇ, ਵਿਦਿਆਰਥੀ ਫਸੇ ਹੋਏ ਨੇ, ਕਰਨੀ ਕਿਸੇ ਦੀ ਤੇ ਭਰਨੀ ਕਿਸੇ ਨੂੰ ਪੈ ਰਹੀ ਹੈ। ਤੇ ਨਾਲ ਉਹ ਕਹਿੰਦੇ ਅਸੀਂ ਤਾਂ ਏਜੰਟਾਂ ਦੇ ਹੱਥ ਵੀ ਠੱਗੇ ਗਏ। ਯੂਪੀ ਦੇ ਲਖਨਊ ਦੀ ਸ਼ਿਖਾ ਯਾਦਵ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਉਹਦੇ 'ਚ ਉਹ ਵੀਡੀਓ ਦੇ ਵਿੱਚ ਕਾਫੀ ਗੁੱਸੇ 'ਚ ਨਜ਼ਰ ਆ ਰਹੀ ਹੈ। ਇੱਕ ਏਜੰਟ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਹਿ ਰਹੀ ਹੈ ਕਿ ਭਾਰਤ ਸੁਰੱਖਿਅਤ ਪਹੁੰਚਾਉਣ ਦੇ ਨਾਂ ਤੇ 8 ਤੋਂ 10 ਲੱਖ ਫੂਕ ਚੁੱਕੇ ਆ, ਬੈਠੇ ਬੈਠੇ $3000 ਵੀ ਤੁਹਾਨੂੰ ਦੇ ਚੁੱਕੀਆਂ। ਹੁਣ ਤੁਸੀਂ ਕਦੇ ਸਵੇਰ ਕਦੇ ਸ਼ਾਮ ਦੀ ਰੱਟ ਲਗਾ ਰਹੇ ਹੋ। ਤੁਸੀਂ ਗਰੰਟੀ ਦਿੱਤੀ ਸੀ ਕਿ ਸੁਰੱਖਿਅਤ ਇੱਥੋਂ ਕੱਢਾਂਗੇ, ਹੁਣ ਬਹਾਨੇ ਲਈ ਜਾ ਰਹੇ ਹੋ। ਉਹ ਕਹਿੰਦੇ ਮੇਰੀ ਜਾਨ ਤੇ ਬਣੀ ਹੋਈ ਹੈ, ਤੁਸੀਂ ਕਹਿੰਦੇ ਹੋ ਕੋਈ ਗੁੱਸਾ ਵੀ ਨਾ ਕਰੋ। ਉਹਨਾਂ ਨੇ ਦੱਸਿਆ ਕਿ ਕੀਵ ਦੇ ਵਿੱਚ ਇਸ ਵਕਤ ਸਾਡੀ ਜਿਹੜੀ ਜਾਨ ਹੈ ਉਹ ਖਤਰੇ 'ਚ ਹੈ। ਹਰ ਪਾਸੇ ਗੋਲੀਆਂ ਵਰ ਰਹੀਆਂ ਨੇ, ਲੋਕ ਮਰ ਰਹੇ ਨੇ। ਉਹ ਕਹਿੰਦੇ ਮੈਨੂੰ ਲੱਗਦਾ ਮੇਰੀ ਵੀ ਮੌਤ ਹੋ ਜਾਏਗੀ। ਮੇਰੇ ਮਰਨ ਤੋਂ ਬਾਅਦ ਕੀ ਤੁਸੀਂ ਝੰਡਾ ਲੈ ਕੇ ਆਓਗੇ? ਦੂਸਰੇ ਪਾਸੇ ਉਹ ਕਹਿੰਦੇ ਬੇਟੀ ਬਚਾਓ, ਬੇਟੀ ਪੜ੍ਹਾਓ, ਕਿੱਥੇ ਨੇ ਉਹ ਲੋਕ ਹੁਣ? ਉਹ ਕਹਿੰਦੇ 2 ਲੋਕ ਆਏ, ਯੂਨੀਵਰਸਿਟੀ ਦਾ ਗੇਟ ਤੋੜ ਕੇ ਚਲੇ ਗਏ। ਉਹ ਤਾਂ 2 ਸੀ, ਗੇਟ ਤੋੜਿਆ ਤੇ ਵਾਪਸ ਚਲੇ ਗਏ। ਜੇ ਜ਼ਿਆਦਾ ਕੱਲ ਨੂੰ ਆ ਗਏ ਉਹ ਤਾਂ ਸਾਨੂੰ ਭੰਨ ਤੋੜ ਜਾਣਗੇ, ਉਹ ਤਾਂ ਸਾਨੂੰ ਮੌਤ ਦੇ ਹਵਾਲੇ ਕਰ ਜਾਣਗੇ, ਫਿਰ ਕੀ ਕਰੋਗੇ? ਤੇ ਦੂਸਰੇ ਪਾਸੇ ਆਖਿਆ ਜਾ ਰਿਹਾ ਕਿ ਭਾਰਤ ਦਾ ਝੰਡਾ ਲੈ ਕੇ ਆ ਜਾਓ। ਠੀਕ ਹੈ,
ਕਿ ਉੱਥੋਂ ਦੀ ਫੌਜ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹਨਾਂ ਕੋਲੇ ਜਦੋਂ ਉਹਨਾਂ ਦਾ ਝੰਡਾ ਹੋਏਗਾ ਉਹਨੂੰ ਕੁਝ ਕਿਉਂ ਨਾ। ਉਹ ਕਹਿੰਦੇ ਝੰਡਾ ਦੱਸੋ ਤਾਂ ਅਸੀਂ ਲੈ ਕੇ ਕਿੱਥੋਂ ਆਈਏ, ਨਾ ਸਾਡੇ ਕੋਲੇ ਖਾਣ ਲਈ, ਨਾ ਸਾਡੇ ਕੋਲ ਪੀਣ ਲਈ, ਸਾਡੇ ਕੋਲ ਕੋਈ ਪੈਸਾ ਧੇਲਾ ਨਹੀਂ ਬਚਿਆ। ਅੰਬੈਸੀ ਵਾਲੇ ਸਾਡਾ ਫੋਨ ਨਹੀਂ ਚੱਕਦੇ। ਜਾਂ ਤਾਂ ਇਹ ਹੋਵੇ ਕਿ ਭਾਰਤੀ ਅੰਬੈਸੀ ਜਿੱਥੇ ਜਿੱਥੇ ਵਿਦਿਆਰਥੀ ਫਸੇ ਹੋਏ ਨੇ ਉਹਨਾਂ ਨੂੰ ਕੱਢੇ ਵੀ ਤੇ ਨਾਲ ਝੰਡੇ ਵੀ ਦੇਵੇ। ਪਰ ਸਥਿਤੀ ਤੁਸੀਂ ਦੇਖੋ ਕਿ ਉਹਨਾਂ ਨੂੰ ਆਖਿਆ ਜਾ ਰਿਹਾ ਕਿ ਸਰਹੱਦ ਤੇ ਨਾ ਖੜੋ, ਪਿੱਛੇ ਮੁੜ ਜਾਓ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਤੇ ਹੁਣ ਜਿੱਥੇ ਇੱਕ ਪਾਸੇ ਇਹ ਵਿਦਿਆਰਥੀ ਸੰਕਟ ਵਿੱਚ ਨੇ, ਉੱਥੇ ਦੁਨੀਆ ਵੀ ਸੰਕਟ ਦੇ ਵਿੱਚ ਫਸ ਰਹੀ ਹੈ। ਇਹ ਜੰਗ ਚੱਲ ਰਹੀ ਹੈ, ਲਗਾਤਾਰ ਜਾਰੀ ਹੈ। ਪਰ ਇਸ ਜੰਗ ਦਾ ਜਿੱਥੇ ਮੈਂ ਵਿਦਿਆਰਥੀਆਂ ਤੇ ਮਾਪਿਆਂ ਦਾ ਜ਼ਿਕਰ ਕਰ ਰਿਹਾ ਹਾਂ, ਆਲਮੀ ਪੱਧਰ ਤੇ ਵੀ ਨੁਕਸਾਨ ਹੋ ਰਿਹਾ ਹੈ। ਅਮਰੀਕਾ ਨੇ, ਕੈਨੇਡਾ ਨੇ, ਸਮੁੱਚੀ ਯੂਰਪੀਅਨ ਯੂਨੀਅਨ ਨੇ ਤੇ ਕਿ ਏਸ਼ੀਆ ਦੇ ਜਿਹੜੇ ਵੱਡੇ ਪ੍ਰਭਾਵਸ਼ਾਲੀ ਮੁਲਕ ਨੇ, ਉਹਨਾਂ ਨੇ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਨੇ। ਯੂਰਪ ਸਮੇਤ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨੂੰ ਕਣਕ ਵੀ, ਜੌਂ ਵੀ, ਖਾਣ ਵਾਲੇ ਪਦਾਰਥ ਵੀ ਤੇ ਤੇਲ ਵੀ ਤੇ ਹੋਰ ਬਹੁਤ ਸਾਰੇ ਪਦਾਰਥਾਂ ਦੀ ਰੂਸ ਸਪਲਾਈ ਕਰਦਾ, ਯੂਕਰੇਨ ਸਪਲਾਈ ਕਰਦਾ ਹੈ। ਕਿਉਂਕਿ ਜੇਕਰ ਸਮੁੱਚੀ ਦੁਨੀਆ ਲਈ ਸੂਰਜਮੁਖੀ ਦਾ ਦੇਖੀਏ ਤਾਂ 76% ਹਿੱਸਾ ਯੂਕਰੇਨ ਤੇ ਰੂਸ ਵੱਲੋਂ ਸਪਲਾਈ ਕੀਤਾ ਜਾਂਦਾ ਹੈ। ਤੇ ਇਹ ਦੋਵੇਂ ਮੁਲਕ ਪੂਰੀ ਦੁਨੀਆ ਨੂੰ 14% ਕਣਕ ਅਤੇ 29% ਹਰ ਕਿਸਮ ਦਾ ਅਨਾਜ ਵੀ ਸਪਲਾਈ ਕਰਦੇ ਹੈ। ਦੁਨੀਆ ਦੇ ਵਿੱਚ ਜ਼ਿਆਦਾਤਰ ਜਿਹੜੀ ਬੀਅਰ ਹੈ ਉਹ ਜੌਆਂ ਤੋਂ ਬਣਾਈ ਜਾਂਦੀ ਹੈ ਅਤੇ 14% ਜੌਂ ਇਹ ਦੋਵੇਂ ਮੁਲਕ ਭੇਜਦੇ ਹੈ, ਜੋ ਕਿ ਦੁਨੀਆ ਦੇ ਵਿੱਚ ਜੌਂ ਦੀ ਬਰਾਮਦਗੀ ਦਾ 1/3 ਹਿੱਸਾ ਬਣਦਾ ਹੈ। ਰੂਸ ਖਾਦਾਂ ਦਾ ਵੀ ਵੱਡਾ ਬਰਾਮਦਕਾਰ ਹੈ। ਨਾਈਟ੍ਰੋਜਨ ਹੋਵੇ, ਫਾਸਫੋਰਸ ਹੋਵੇ ਜਾਂ ਪੋਟਾਸ਼ੀਅਮ, ਇਹਨਾਂ ਦੀ ਵੱਡੀ ਸਪਲਾਈ ਵੀ ਰੂਸ ਵੱਲੋਂ ਕੀਤੀ ਜਾਂਦੀ ਹੈ ਦੁਨੀਆ ਨੂੰ। ਇਹਦੇ ਨਾਲ ਨਾਲ ਖਾਦਾਂ ਦੀਆਂ ਕੀਮਤਾਂ ਵਧਣਗੀਆਂ, ਭਾਅ ਵਧਣਗੇ, ਪੰਜਾਬ ਦੀ ਜਾਂ ਹੋਰ ਜਿਹੜੇ ਕਿਸਾਨ ਨੇ ਕਿਸਾਨੀ ਦੀ ਲਾਗਤ ਵਧੂਗੀ। ਰੂਸ ਦੀ ਕੁਦਰਤੀ ਗੈਸਾਂ ਦੀ ਬਰਾਮਦ ਵਿੱਚ ਵੀ ਸਰਦਾਰੀ ਹੈ। ਤੇ ਆਹ ਜਿਹੜੀ ਜੰਗ ਲੱਗੀ ਹੋਈ ਆ ਰੂਸ ਤੇ ਯੂਕਰੇਨ ਦੀ, ਇਹਦੇ ਨਾਲ ਅਨਾਜ ਵਾਲੇ ਪਦਾਰਥ ਨੇ, ਜਿਹੜੇ ਖਾਣ ਪੀਣ ਵਾਲੇ ਤੇਲ ਨੇ, ਜਿਹੜੇ ਯੂਰਪ ਦੇ ਮੁਲਕਾਂ ਸਮੇਤ ਅਫਰੀਕੀ ਅਤੇ ਏਸ਼ੀਆਈ ਮੁਲਕਾਂ ਦੇ ਵਿੱਚ ਸੰਕਟ ਪੈਦਾ ਕਰ ਸਕਦੇ ਹੈ। ਕੌਮਾਂਤਰੀ ਮੰਡੀ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਟੱਪ ਚੁੱਕੀਆਂ ਨੇ, ਜਿਹਦੇ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹ ਸਕਦੀਆਂ ਨੇ। ਮਹਿੰਗਾਈ ਲਾਜ਼ਮੀ ਤੌਰ ਤੇ ਵਧੇਗੀ। ਅਮਰੀਕਾ, ਕੈਨੇਡਾ ਦੇ ਸਮੇਤ ਸਮੁੱਚੇ ਯੂਰਪੀ ਮੁਲਕਾਂ ਦੇ ਵੱਲੋਂ ਰੂਸ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ। ਯੂਰਪੀ ਮੁਲਕਾਂ ਨੂੰ ਰੂਸ ਤੋਂ ਅਨਾਜ, ਤੇਲ ਅਤੇ ਗੈਸ ਦੀ ਸਪਲਾਈ ਹੋਣ ਜਿਹੜੀ ਹੈ ਉਹ ਠੱਪ ਹੋਣ ਦੇ ਖਦਸ਼ੇ ਵੀ ਹੈ, ਜਿਸ ਕਾਰਨ ਮਹਿੰਗਾਈ ਵਧੇਗੀ ਅਤੇ ਲੋਕਾਂ ਦਾ ਜਨਜੀਵਨ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਹੋਣ ਦੀਆਂ ਖਬਰਾਂ ਨੇ। ਪਰ ਇਹ ਤਾਂ ਆਉਣ ਵਾਲਾ ਸਮਾਂ ਦੱਸੂ। ਪਰ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਇਹਨਾਂ ਚੀਜ਼ਾਂ ਦੀ ਕਿੱਲਤ ਅਤੇ ਆਰਥਿਕ ਪਾਬੰਦੀਆਂ ਦੇ ਕਾਰਨ ਇਹ ਮਹਿੰਗਾਈ ਵਧੂਗੀ। ਪਰ ਦੂਸਰੇ ਪਾਸੇ ਮਾਪੇ ਤਾਂ ਅੱਖਾਂ 'ਚ ਘਸੁੰਨਦੇ ਦੇ ਰੋ ਰਹੇ ਆ। ਉਹ ਕਹਿੰਦੇ ਦੱਸੋ ਤਾਂ ਸਹੀ ਅਸੀਂ ਕਰੀਏ ਕੀ। ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਭਾਰਤ ਦੇ ਵੱਖੋ-ਵੱਖ ਸੂਬਿਆਂ ਦੇ ਨੇ ਵੀ, ਉਹਨਾਂ 'ਚ ਪੰਜਾਬ ਦੇ ਵੀ ਹੈ ਤੇ ਹੋਰਨਾਂ ਮੁਲਕਾਂ ਦੇ ਵੀ ਹੈ। ਹਰ ਕੋਈ ਮੁਲਕ ਆਪੋ ਆਪਣੇ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਉੱਥੋਂ ਕੱਢਣ ਲੱਗਿਆ ਹੋਇਆ ਹੈ। ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਇਸ ਵਕਤ ਬੰਕਰਾਂ ਦੇ ਵਿੱਚ ਪਨਾਹ ਲੈ ਕੇ ਬੈਠੇ ਹੈ। ਕਈ ਥਾਵਾਂ ਤੇ ਸੁਰੱਖਿਆ ਦੇ ਕਾਰਨ ਉਹਨਾਂ ਦੇ ਮੋਬਾਈਲ ਫੋਨ ਬੰਦ ਕਰਵਾਏ ਹੋਏ ਨੇ। ਕਈਆਂ ਥਾਵਾਂ ਤੇ ਨੈਟਵਰਕ ਦੀ ਸਮੱਸਿਆ ਹੈ। ਕਈਆਂ ਥਾਵਾਂ ਦੇ ਉੱਤੇ ਫੋਨ ਚਾਰਜ ਕਰਨ ਦੀਆਂ ਸਮੱਸਿਆਵਾਂ ਨੇ, ਜਿਸ ਦੇ ਕਾਰਨ ਮਾਪੇ ਦੱਸ ਰਹੇ ਆ ਕਿ ਉਹਨਾਂ ਦਾ ਆਪਣੇ ਬੱਚਿਆਂ ਦੇ ਨਾਲੋਂ ਲਗਾਤਾਰ ਸੰਪਰਕ ਟੁੱਟਦਾ ਜਾ ਰਿਹਾ ਹੈ। ਯੂਕਰੇਨ ਦੇ ਵਿੱਚ ਜਿਹੜੇ ਫਸੇ ਹੋਏ ਵਿਦਿਆਰਥੀ ਨੇ, ਉਹਨਾਂ ਨੇ ਦੱਸਿਆ ਕਿ ਹੁਣ ਹਵਾਈ ਅੱਡੇ ਤੇ ਪਹੁੰਚਣ ਦੇ ਵਾਸਤੇ ਸੜਕੀ ਮਾਰਗ ਤੇ ਸਾਨੂੰ ਹਮਲਿਆਂ ਦਾ ਖਤਰਾ ਵਧਿਆ ਹੋਇਆ ਹੈ। ਉਹਨਾਂ ਨੂੰ ਖਾਰਕੀਵ ਤੋਂ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ ਲਿਜਾਣ ਲਈ ਸਿਰਫ ਤੇ ਸਿਰਫ ਰੇਲ ਦੀ ਸਹੂਲਤ ਬਾਕੀ ਹੈ। ਪਰ ਉਹ ਕਹਿੰਦੇ ਸਾਡੇ ਬੈਂਕ ਖਾਤਿਆਂ ਵਿੱਚ ਪੈਸੇ ਤਾਂ ਹੈਗੇ ਆ, ਪਰ ਬਾਹਰ ATM ਦੇ ਵਿੱਚੋਂ ਨਕਦੀ ਖਤਮ ਹੋ ਚੁੱਕੀ ਹੈ। ਦਿਨ ਰਾਤ ਗੋਲੀਬਾਰੀ ਹੋ ਰਹੀ ਹੈ। ਸਾਡੇ ਬੰਕਰ ਦੇ ਵਿੱਚੋਂ ਆਪਣੀਆਂ ਥਾਵਾਂ ਤੋਂ ਨਿਕਲਣ ਤੇ ਪਾਬੰਦੀਆਂ ਲੱਗੀਆਂ ਹੋਈਆਂ ਨੇ, ਜਿਹਦੇ ਕਰਕੇ ਅਸੀਂ ਜਾਈਏ ਤਾਂ ਕਿੱਥੇ ਜਾਈਏ। ਤੇ ਜਿਹੜੇ ਯੂਕਰੇਨ ਦੇ ਵਿੱਚ ਬੱਚੇ ਫਸੇ ਹੋਏ ਨੇ, ਉਹਨਾਂ ਦੀਆਂ ਚਿੰਤਾਵਾਂ ਤਾਂ ਉਹਨਾਂ ਨੂੰ ਪਤਾ ਕਿ ਕਿੰਨੀਆਂ ਵੱਡੀਆਂ ਹੋਣਗੀਆਂ, ਪਰ ਉਹਨਾਂ ਦੇ ਮਾਪਿਆਂ ਦੀਆਂ ਚਿੰਤਾਵਾਂ ਵੀ ਲਗਾਤਾਰ ਵਧ ਰਹੀਆਂ ਨੇ। ਮਿਲ ਰਹੀ ਜਾਣਕਾਰੀ ਦੇ ਅਨੁਸਾਰ ਕਈ ਮਾਪਿਆਂ ਨੇ ਬੀਤੇ ਕਈ ਦਿਨਾਂ ਤੋਂ ਅੰਨ ਪਾਣੀ ਮੂੰਹ ਨਹੀਂ ਲਾਇਆ। ਸਿਰਫ ਤੇ ਸਿਰਫ ਚਿੰਤਾ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੀ ਤੇ ਆਪਣੇ ਬੱਚਿਆਂ ਦੀ ਉਡੀਕ। ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਮਸਲੇ ਨੂੰ ਆਧਾਰ ਬਣਾ ਕੇ ਰੋਸ ਮੁਜ਼ਾਹਰੇ ਤੇ ਧਰਨੇ ਵੀ ਸ਼ੁਰੂ ਹੋ ਚੁੱਕੇ ਨੇ, ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਵਾਸਤੇ। ਇਹਨਾਂ ਵਿੱਚੋਂ ਕਈ ਮਾਪੇ ਨੇ ਜਿਹੜੇ ਵੱਖੋ-ਵੱਖ ਲੀਡਰਾਂ ਤੱਕ, ਸੰਸਦ ਮੈਂਬਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਕਈ ਮਾਪੇ ਤਾਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਨੇ। ਜਾਣਕਾਰੀ ਮਿਲੀ ਆ ਕਿ ਅੰਮ੍ਰਿਤਸਰ ਨਾਲ ਸੰਬੰਧਿਤ ਵਿਦਿਆਰਥਣ ਹੈ ਮਨਸਿਮਰ ਕੌਰ ਦੇ ਮਾਪੇ
ਕਿ ਉਹਨਾਂ ਦੀ ਧੀ ਯੂਕਰੇਨ ਤੋਂ ਸੁਰੱਖਿਅਤ ਵਾਪਸ ਹੋਵੇ, ਕੇਂਦਰ ਸਰਕਾਰ ਨੂੰ ਯਤਨ ਤੇਜ਼ ਕਰਨ ਵਾਸਤੇ ਅਪੀਲ ਕਰਨ ਦੇ ਵਾਸਤੇ ਦਿੱਲੀ ਜਾ ਪਹੁੰਚੇ। ਮਨਸਿਮਰ ਕੌਰ ਦੇ ਪਿਤਾ ਦਾ ਨਾਮ ਹੈ ਚਰਨਜੀਤ ਸਿੰਘ। ਉਹ ਦਿੱਲੀ ਜਾ ਵੱਜੇ। ਚਰਨਜੀਤ ਸਿੰਘ ਨੇ ਦੱਸਿਆ ਕਿ ਜੰਗ ਦੇ ਕਾਰਨ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਬਹੁਤ ਖਰਾਬ ਹੋ ਰਹੀ ਹੈ। ਉਹਨਾਂ ਕੋਲ ਖਾਣ ਪੀਣ ਦਾ ਕੋਈ ਬੰਦੋਬਸਤ ਨਹੀਂ, ਬੰਕਰਾਂ ਦਾ ਆਸਰਾ ਲੈ ਕੇ ਆਪਣੀ ਜਾਨ ਬਚਾ ਰਹੇ ਨੇ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਹੈ। ਬੀਤੇ ਵਰੇ 12 ਦਸੰਬਰ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਉਹ ਯੂਕਰੇਨ ਪਹੁੰਚੀ ਸੀ ਅਤੇ ਤਕਰੀਬਨ 300 ਹੋਰ ਵਿਦਿਆਰਥੀਆਂ ਦੇ ਨਾਲ ਉਹ ਹੋਸਟਲ ਦੇ ਵਿੱਚ ਰੁਕੀ ਹੋਈ ਹੈ। ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲਣ ਵਾਸਤੇ ਉਹ ਦਿੱਲੀ ਪਹੁੰਚੇ, ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਪੁਲਿਸ ਵਾਲਿਆਂ ਨੇ ਉਹਨਾਂ ਦਾ ਮੰਗ ਪੱਤਰ ਲੈ ਲਿਆ, ਉਹਨਾਂ ਦਾ ਮੋਬਾਈਲ ਨੰਬਰ ਵੀ ਲੈ ਲਿਆ ਕਿ ਜੇਕਰ ਜ਼ਰੂਰਤ ਪਈ ਤਾਂ ਤੁਹਾਨੂੰ ਫੋਨ ਕਰ ਲਿਆ ਜਾਵੇਗਾ। ਪਰ ਅਧਿਕਾਰੀਆਂ ਨਾਲ ਕਹਿੰਦੇ ਉਹ ਮਿਲਣ ਵਾਸਤੇ ਮੈਂ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਚੱਲ ਕੇ ਦਿੱਲੀ ਪਹੁੰਚਿਆ ਸੀ, ਮੇਲ ਤਾਂ ਨਹੀਂ ਹੋ ਸਕਿਆ, ਪਰ ਮੰਗ ਪੱਤਰ ਦੇ ਦਿੱਤਾ। ਹੁਣ ਤੁਸੀਂ ਮਾਪਿਆਂ ਦੀਆਂ ਚਿੰਤਾਵਾਂ ਦੇਖ ਲਓ ਕਿ ਉਹ ਘਰਾਂ ਤੋਂ ਨਿਕਲ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਕਿਸੇ ਆਗੂ ਨੂੰ ਮਿਲਣ ਜਾ ਰਹੇ ਨੇ, ਇੱਥੋਂ ਤੱਕ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਕਰ ਰਹੇ ਨੇ। ਕਾਰਨ ਕੀ? ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸੀ, ਇਸ ਕਰਕੇ ਪੜ੍ਹਨ ਵਾਸਤੇ ਉਹਨਾਂ ਨੂੰ ਯੂਕਰੇਨ ਭੇਜਿਆ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਉਨੀਆਂ ਸੀਟਾਂ ਉਪਲਬਧ ਨਹੀਂ, ਦੂਸਰੀ ਗੱਲ ਇੱਥੇ ਪੜ੍ਹਾਈ ਮੈਡੀਕਲ ਦੀ ਮਹਿੰਗੀ ਬਹੁਤ ਹੈ। ਪਰ ਹੁਣ ਜੰਗ ਯੁੱਧ ਦੇ ਹਾਲਾਤ ਨੇ ਤੇ ਉਹ ਆਪਣੇ ਬੱਚਿਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਨੇ, ਉਹਦੇ ਵਾਸਤੇ ਫਿਰ ਭਵਿੱਖ ਦੀ ਚਿੰਤਾ ਵਿੱਚ ਨੇ। ਤੇ ਆਹ ਹੁਣ ਬਦਲ ਕੀ ਰਹਿ ਗਏ ਆ, ਕਿਉਂਕਿ ਯੁੱਧ ਲੱਗ ਰਿਹਾ, ਚੱਲ ਰਿਹਾ, ਵਿਦਿਆਰਥੀ ਫਸੇ ਹੋਏ ਨੇ, ਪਰੇਸ਼ਾਨੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ। ਮਿਲ ਰਹੀਆਂ ਜਾਣਕਾਰੀਆਂ ਦੇ ਅਨੁਸਾਰ ਵਿਦਿਆਰਥੀ ਕੀਵ ਸ਼ਹਿਰ ਤੋਂ ਕਈ ਵਿਦਿਆਰਥੀ 450 550 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੋਲੈਂਡ ਦੀ ਸਰਹੱਦ ਤੇ ਪਹੁੰਚ ਗਏ, ਇਸ ਉਮੀਦ ਨਾਲ ਕਿ ਉਹ ਸਰਹੱਦ ਲੰਘ ਜਾਣਗੇ ਤੇ ਦੂਸਰੇ ਪਾਸੇ ਭਾਰਤ ਦੇ ਜਹਾਜ਼ ਆਉਣਗੇ ਤੇ ਉਹਨਾਂ ਨੂੰ ਲੈ ਜਾਣਗੇ। ਪਰ ਉਹ ਕਹਿੰਦੇ ਅਸੀਂ ਹੁਣ ਇੱਥੇ ਪੋਲੈਂਡ ਦੀ ਸਰਹੱਦ ਤੇ ਫਸ ਗਏ ਹਾਂ। ਹੁਣ ਤੁਸੀਂ ਦੇਖੋ, ਕਹਿੰਦੇ ਬੀਤੇ 4 ਦਿਨ ਤੋਂ ਕੋਈ 5 ਦਿਨ ਤੋਂ ਲਵੀਵ ਸ਼ਹਿਰ ਦੇ ਵਿੱਚ ਉਹ ਪੋਲੈਂਡ ਦੀ ਸਰਹੱਦ ਤੇ ਫਸੇ ਬੈਠੇ ਆ। ਉਹਨਾਂ ਦੀ ਮਦਦ ਕਰਨ ਦੇ ਵਾਸਤੇ ਭਾਰਤ ਦਾ ਕੋਈ ਅਧਿਕਾਰੀ ਉਹਨਾਂ ਨੂੰ ਆ ਕੇ ਨਹੀਂ ਮਿਲਿਆ। ਇਹਨਾਂ ਵਿੱਚੋਂ ਬਹੁ ਗਿਣਤੀ ਵਿਦਿਆਰਥੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ। ਉਹਨਾਂ ਨੇ ਦੱਸਿਆ ਕਿ 550 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਮੀਦ ਵੱਧ ਗਈ ਸੀ ਕਿ ਸਰਹੱਦ ਤੇ ਪਹੁੰਚ ਗਏ ਆ ਤੇ ਉਹਨਾਂ ਦੀ ਭਾਰਤ ਵਾਪਸੀ ਦਾ ਉੱਥੇ ਸਰਕਾਰ ਨੇ ਕੋਈ ਇੰਤਜ਼ਾਮ ਕੀਤਾ ਹੋ। ਪਰ ਹੁਣ ਉਹ ਪਛਤਾ ਰਹੇ ਨੇ ਕਿ ਉਹ ਕਿਹੜਾ ਵੇਲਾ ਸੀ ਜਦੋਂ ਅਸੀਂ ਪੰਜਾਬ ਤੋਂ ਯੂਕਰੇਨ ਵਾਸਤੇ ਪੈਰ ਪੁੱਟ ਲਏ ਤੇ ਆ ਹੁਣ ਲੜਾਈ ਦੇ ਇਸ ਵਕਤ ਵੱਧਦੇ ਗੋਲੇ ਗੋਲੀਆਂ ਦੇ ਵਿੱਚ ਅਸੀਂ ਆਪਣੇ ਜਿੱਥੇ ਰਹਿੰਦੇ ਸੀ ਉੱਥੋਂ ਆ ਲਵੀਵ ਸ਼ਹਿਰ ਵਾਸਤੇ ਕਿਉਂ ਪੈਰ ਪੁੱਟ ਲਏ? ਕਿਉਂਕਿ 4-5 ਦਿਨ ਤੋਂ ਫਸੇ ਬੈਠੇ ਨੇ, ਨਾ ਉਹਨਾਂ ਕੋਲ ਪੈਸਾ ਬਚਿਆ, ਨਾ ਉਹਨਾਂ ਕੋਲ ਖਾਣ ਪੀਣ ਦਾ ਸਮਾਨ ਬਚਿਆ, ਉੱਪਰੋਂ ਅੰਤਾਂ ਦੀ ਸਰਦੀ ਹੈ। ਉਹਨਾਂ ਨੂੰ ਸਮਝ ਨਹੀਂ ਹੁਣ ਆ ਰਿਹਾ ਉੱਤੇ ਜਾਣ ਕਿੱਧਰ ਜਾਣ, ਅੱਗੇ ਜਾ ਨਹੀਂ ਸਕਦੇ, ਪਿੱਛੇ ਮੁੜਨ ਜੋਗੇ ਨਹੀਂ। ਠੰਡ ਦੇ ਨਾਲ ਨਾਲ ਭੁੱਖ ਵੀ ਉਹਨਾਂ ਨੂੰ ਇਸ ਵਕਤ ਤੰਗ ਕਰ ਰਹੀ ਹੈ, ਉੱਪਰੋਂ ਹਮਲਿਆਂ ਦਾ ਡਰ ਉਹਨਾਂ ਨੂੰ ਤੰਗ ਕਰ ਰਿਹਾ ਹੈ। ਇਹਨਾਂ ਵਿੱਚੋਂ ਕੁਝ ਟੈਕਸੀ ਜਾਂ ਹੋਰ ਸਾਧਨ ਰਾਹੀਂ ਉੱਥੇ ਪਹੁੰਚੇ ਨੇ। ਕਈਆਂ ਨੇ ਦੱਸਿਆ ਕਿ ਅਸੀਂ 100 ਸਵਾ 100 ਕਿਲੋਮੀਟਰ ਦਾ ਪੈਂਡਾ ਪੈਦਲ ਚੱਲ ਕੇ ਆਏ ਹਾਂ। ਹੰਗਰੀ, ਪੋਲੈਂਡ ਤੇ ਰੋਮਾਨੀਆ ਦੀਆਂ ਸਰਹੱਦਾਂ ਦੇ ਵਿੱਚੋਂ ਇਹ ਪਹੁੰਚਣ ਵਿੱਚ ਤਾਂ ਕਾਮਯਾਬ ਹੋ ਗਏ। ਇਹਨਾਂ ਵਿੱਚੋਂ ਬਹੁਤੇ ਉਹ ਸਟੂਡੈਂਟ ਨੇ ਜਿਹੜੇ ਬੀਤੇ ਵਰੇ ਨਵੰਬਰ ਜਾਂ ਦਸੰਬਰ ਮਹੀਨੇ ਉੱਥੇ ਪੜ੍ਹਾਈ ਵਾਸਤੇ ਵੱਖੋ-ਵੱਖ ਯੂਕਰੇਨ ਦੇ ਸ਼ਹਿਰਾਂ ਵਿੱਚ ਗਏ ਸੀ। ਇਹਨਾਂ ਨੂੰ ਉੱਥੋਂ ਦੀ ਭੂਗੋਲਿਕ ਸਥਿਤੀ ਬਾਰੇ ਵੀ ਬਹੁਤਾ ਨਹੀਂ ਪਤਾ, ਕਿਉਂਕਿ ਨਵੰਬਰ, ਦਸੰਬਰ ਤੇ ਜਨਵਰੀ ਤੇ ਫਰਵਰੀ ਤੇ ਚੱਲ ਰਹੀ ਹੈ। ਹੁਣ ਇਹ 2-4 ਮਹੀਨੇ ਪਹਿਲਾਂ ਉੱਥੇ ਗਏ ਸੀ, ਬਹੁਤੀ ਜਾਣਕਾਰੀ ਨਹੀਂ ਰੱਖਦੇ, ਪਰ ਸਾਰਿਆਂ ਨੂੰ ਘਰ ਵਾਪਸੀ ਦੀ ਉਮੀਦ ਹੈ। ਇਸੇ ਹੀ ਉਮੀਦ ਦੇ ਨਾਲ ਉਹਨਾਂ ਨੇ ਹੋਸਟਲ ਛੱਡ ਦਿੱਤੇ, ਜਿਹੜੇ ਮਕਾਨ ਕਿਰਾਏ ਤੇ ਲਏ ਹੋਏ ਸੀ ਉਹ ਛੱਡ ਦਿੱਤੇ ਤੇ ਵਤਨ ਵਾਪਸੀ ਲਈ ਘਰੋਂ ਨਿਕਲ ਪਏ। ਸਰਹੱਦ ਤੇ ਬੀਤੇ 4-5 ਦਿਨਾਂ ਤੋਂ ਬੈਠੇ ਆ, ਹੱਥ ਜੋੜ ਕੇ ਭਾਰਤ ਸਰਕਾਰ ਨੂੰ ਬੇਨਤੀਆਂ ਕਰਦੇ ਆ ਕਿ ਜਾਂ ਤਾਂ ਕੋਈ ਦੂਤਾਵਾਸ ਦਾ ਅਧਿਕਾਰੀ ਆ ਕੇ ਉਹਨਾਂ ਨੂੰ ਮਿਲੇ, ਜਾਂ ਸਰਕਾਰ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਇਹ ਲਾਂਘੇ ਤੇ ਬੈਠੇ ਅਧਿਕਾਰੀਆਂ ਦੇ ਨਾਲ ਕਿ ਉਹਨਾਂ ਨੂੰ ਲੰਘਾ ਦਿੱਤਾ ਜਾਵੇ, ਉਹ ਗੁਆਂਢੀ ਮੁਲਕ ਦੇ ਵਿੱਚ ਪਹੁੰਚ ਸਕਣ ਤਾਂ ਕਿ ਉਹਨਾਂ ਨੂੰ ਉੱਪਰੋਂ ਹਮਲੇ ਦਾ ਡਰ ਚੁੱਕਿਆ ਜਾਵੇ। ਕਿਉਂਕਿ ਪੈਸਾ ਹੈ ਨਹੀਂ, ਖਾਣ ਪੀਣ ਦਾ ਸਮਾਨ ਮੁਕੰਮਲ ਰੂਪ ਦੇ ਵਿੱਚ ਖਤਮ ਹੋ ਚੁੱਕਿਆ ਹੈ, ਕਿਸੇ ਕੋਲ ਆਖਰੀ ਵੇਲੇ ਬਿਸਕਟ ਸਨ। ਉਹ ਕਹਿੰਦੇ ਅੰਬੈਸੀ ਦੇ ਅਧਿਕਾਰੀਆਂ ਨੇ ਸਾਨੂੰ ਮਿਲਣਾ ਤਾਂ ਕੀ, ਸਾਡੇ ਫੋਨ ਨਹੀਂ ਚੱਕ ਰਹੇ ਤੇ ਹੁਣ ਅਸੀਂ ਸਰਹੱਦ ਲੰਘੀਏ, ਟੱਪੀਏ ਤਾਂ ਟੱਪੀਏ ਕਿਵੇਂ?
ਕਈ ਵਿਦਿਆਰਥੀਆਂ ਨੇ ਦੱਸਿਆ ਕਿ ਪੋਲੈਂਡ ਜਾਂ ਰੋਮਾਨੀਆ ਦੀ ਸਰਹੱਦ ਤੇ ਉਹਨਾਂ ਨੂੰ ਪਹੁੰਚਣ ਦੇ ਸੰਦੇਸ਼ ਮਿਲੇ ਸੀ। ਕਈ ਵਿਦਿਆਰਥੀ ਨੇ ਜਿਹੜੇ ਦੱਸ ਰਹੇ ਨੇ ਕਿ ਅਸੀਂ 1200 ਤੋਂ 1300 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਆਏ, ਸਰਹੱਦ ਇੰਨੀ ਦੂਰ ਪੈਂਦੀ ਸੀ। ਉਹ ਕਹਿੰਦੇ ਜਿਹੜੇ ਬੱਸਾਂ ਵਿੱਚ ਵੀ ਆਏ ਆ ਨਾ, ਘੱਟ ਤੋਂ ਘੱਟ ਉਹਨਾਂ ਨੂੰ 2 ਤੋਂ 3 ਦਿਨ ਲੱਗਿਆ ਉੱਥੇ ਪਹੁੰਚਣ ਵਾਸਤੇ, ਪਰ ਇੱਥੇ ਪਹੁੰਚ ਕੇ ਵਿਵਸਥਾ ਕੋਈ ਨਹੀਂ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਅਸੀਂ ਬੈਠੇ ਸੀ ਉੱਥੇ ਬੰਬ ਧਮਾਕਾ ਹੋਇਆ। ਬੰਬ ਧਮਾਕਾ ਹੋਣ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਬੰਦ ਕਰਕੇ ਭੱਜ ਗਏ। ਤੇ ਇਸ ਹਾਲਾਤ ਦੇ ਵਾਸਤੇ ਜਿਹੜੇ ਬਣੇ ਹੋਏ ਨੇ, ਭੁੱਖਣ ਭਾਣੇ ਨੇ, ਠੰਡੇ ਮੌਸਮ ਦੇ ਵਿੱਚ ਬੈਠੇ ਨੇ, ਉਹ ਕਹਿੰਦੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਅਤੇ ਇੰਡੀਅਨ ਅੰਬੈਸੀ ਦੇ ਅਧਿਕਾਰੀ ਜ਼ਿੰਮੇਵਾਰ ਨੇ। ਹੁਣ ਅਸੀਂ ਯੂਨੀਵਰਸਿਟੀ ਨੂੰ ਫੋਨ ਕਰਦੇ ਹਾਂ, ਕੋਈ ਫੋਨ ਨਹੀਂ ਚੁੱਕਦਾ, ਯੂਨੀਵਰਸਿਟੀ ਬੰਦ ਕਰਕੇ ਭੱਜ ਗਏ ਆ। ਤੇ ਹੁਣ ਅਸੀਂ ਭਾਰਤੀ ਸਫਾਰਤਖਾਨੇ ਨੂੰ ਫੋਨ ਕਰਦੇ ਹਾਂ, ਸਾਡਾ ਫੋਨ ਨਹੀਂ ਕੋਈ ਚੁੱਕ ਰਿਹਾ। ਉਹ ਕਹਿੰਦੇ ਸਾਨੂੰ ਦੱਸਿਆ ਜਾਵੇ ਸਾਡੇ ਕੋਲ ਬਦਲ ਕੀ ਹੈ। ਦੂਸਰੇ ਪਾਸੇ ਮੈਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਕੇ ਹਟਿਆ ਕਿ ਉੱਥੇ ਅਫੀਸ਼ੀਅਲ ਔਖੇ ਹੋਏ ਪਏ ਆ ਕਿ ਭਾਰਤ ਸਰਕਾਰ ਨੇ ਯੂਕਰੇਨ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਉਹ ਆਪਣੀ ਜ਼ੁਬਾਨ ਦੇ ਵਿੱਚ ਉਹਨਾਂ ਤੇ ਗੁੱਸਾ ਪ੍ਰਗਟਾ ਰਹੇ ਨੇ, ਤੇ ਬਦਲ ਉਹਨਾਂ ਕੋਲ ਕੀ ਹੈ। ਜੇ ਕੋਈ ਹੈ ਤਾਂ ਤੁਸੀਂ ਜ਼ਰੂਰ ਲਿਖ ਦਿਓ। ਇੱਕੋ ਇੱਕ ਉਡੀਕ ਆ ਉਹਨਾਂ ਨੂੰ, ਉਮੀਦ ਹੈ ਉਹਨਾਂ ਨੂੰ ਕਿ ਅਫੀਸ਼ੀਅਲ 'ਚ ਆਉਣਗੇ, ਸਾਡੀ ਅੰਬੈਸੀ ਦੇ ਅਧਿਕਾਰੀ ਆਉਣਗੇ ਤੇ ਸਾਨੂੰ ਇਹ ਸਰਹੱਦ ਪਾਰ ਲੰਘਾ ਜਾਣਗੇ। ਤੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਉੱਥੇ ਜਿਸ ਦਿਨ ਤੋਂ ਜੰਗ ਯੁੱਧ ਲੱਗੀ ਹੈ, ਉਸ ਦਿਨ ਤੋਂ ਹਰ ਇੱਕ ਚੀਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਕਈ ਗੁਣਾ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਕਈਆਂ ਕੋਲ ਪੈਸੇ ਖਤਮ ਹੋ ਗਏ, ਜਿਨ੍ਹਾਂ ਕੋਲ ਹੈਗੇ ਆ ਉਹਨਾਂ ਦੇ ATM ਚੋਂ ਨਿਕਲ ਨਹੀਂ ਰਹੇ। ਸੋ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਉਹਨਾਂ ਦੀ ਸਥਿਤੀ, ਉਹਨਾਂ ਦੀ ਹਾਲਤ ਕਿਹੋ ਜਿਹੀ ਹੋਏਗੀ। ਪਰ ਇਸ ਯੁੱਧ ਨੂੰ ਬੰਦ ਕਿਵੇਂ ਕੀਤਾ ਜਾ ਸਕੇ, ਕਿਵੇਂ ਕਰਵਾਇਆ ਜਾ ਸਕੇ, ਇਸ ਵਾਸਤੇ ਸਿਰ ਤੋੜ ਯਤਨ ਜਾਰੀ ਨੇ। ਯੂਕਰੇਨ ਰੂਸ ਦੀ ਬੰਬਾਰੀ ਸੋਮਵਾਰ ਨੂੰ 5ਵਾਂ ਦਿਨ ਸੀ ਲਗਾਤਾਰ ਜਾਰੀ ਰਹੀ। ਇਹ ਖਤਮ ਕਰਵਾਉਣ ਦੇ ਵਾਸਤੇ ਦੋਵੇਂ ਮੁਲਕਾਂ ਨੇ ਬੇਲਾਰੂਸ ਅਤੇ ਯੂਕਰੇਨ ਸਰਹੱਦ ਤੇ ਤਕਰੀਬਨ 6 ਘੰਟੇ ਗੱਲਬਾਤ ਕੀਤੀ ਹੈ, ਪਰ ਗੱਲਬਾਤ ਤੇ ਕੋਈ ਨਤੀਜੇ ਨਹੀਂ ਨਿਕਲ ਸਕੇ। ਦੂਸਰੇ ਪਾਸੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਆਪਣੀ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਜਨਰਲ ਸਭਾ ਦੇ ਵਿੱਚ ਇਸ ਜੰਗ ਨੂੰ ਖਤਮ ਕਰਨ ਦੇ ਤਰੀਕਿਆਂ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਮਿਲੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਯੂਕਰੇਨ ਦੇ ਉੱਤੇ ਰੂਸ ਨੂੰ ਲੱਗਦਾ ਸੀ ਕਿ 16 ਘੰਟਿਆਂ ਦੇ ਵਿੱਚ ਕਬਜ਼ਾ ਕਰ ਲਾਂਗੇ, ਸੁਪਨਾ ਵੇਖ ਰਹੇ ਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ, ਪਰ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ। ਹੁਣ ਐਟਮੀ ਹਥਿਆਰਾਂ ਦੇ ਇਸਤੇਮਾਲ ਦਾ ਖੌਫਨਾਕ ਪਲਾਨ ਉਹਨਾਂ ਨੇ ਤਿਆਰ ਕਰ ਲਿਆ ਹੈ। ਰੂਸ ਦੀ ਮੀਡੀਆ ਏਜੰਸੀ ਸਪੂਤਨਿਕ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਐਟਮੀ ਕਮਾਂਡ ਵਾਲੀ ਯੂਨਿਟ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਉਹਨਾਂ ਨੂੰ ਹਮਲੇ ਦੀਆਂ ਤਿਆਰੀਆਂ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ। ਪੁਤਨ ਨੇ ਇਸ ਕਮਾਂਡ ਦੇ ਅਫਸਰਾਂ ਨਾਲ ਵੀ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਰੂਸ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਉਹਨਾਂ ਨੇ ਵੀ ਸੋਮਵਾਰ ਵਾਲੇ ਦਿਨ ਦੁਪਹਿਰ ਵਕਤ ਪੁਤਨ ਦੇ ਇਸ ਹਮਲੇ ਦੀ ਯੋਜਨਾ ਦੇ ਬਿਆਨ ਦੀ ਜਾਣਕਾਰੀ ਜਨਤਕ ਕੀਤੀ। ਉਹ ਕਹਿੰਦੇ ਬਿਲਕੁਲ ਇਹ ਗੱਲ ਦਰੁਸਤ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਰੀਆਂ ਨਿਊਕਲੀਅਰ ਮਿਜ਼ਾਈਲਾਂ ਫਾਇਰਿੰਗ ਮੋਡ ਦੇ ਉੱਤੇ ਕਰ ਦਿੱਤੀਆਂ ਗਈਆਂ ਨੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਵੇਂ ਰੂਸ ਯੂਕਰੇਨ ਦੀ ਮੀਟਿੰਗ ਜੋ ਬੇਲਾਰੂਸ ਸਰਹੱਦ ਤੇ ਹੋਈ ਹੈ ਉਹ ਬੇਸਿੱਟਾ ਰਹੀ, ਪਰ ਰੂਸ ਦੀ ਟੀਮ ਜਿਹੜੀ ਮੀਟਿੰਗ ਕਰਨ ਗਈ ਸੀ, ਜਿਹੜੇ ਉਹਦੇ ਮੁਖੀ ਸੀ, ਉਹਨਾਂ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਛੇਤੀ ਕੁਝ ਮੁੱਦਿਆਂ ਤੇ ਸਹਿਮਤੀ ਬਣ ਸਕਦੀ ਹੈ। ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੂਸਰੀ ਦੌਰ ਦੀ ਗੱਲਬਾਤ ਅਗਲੇ ਕੁਝ ਦਿਨਾਂ ਦੇ ਵਿੱਚ ਪੋਲੈਂਡ ਯੂਕਰੇਨ ਸਰਹੱਦ ਤੇ ਹੋ ਸਕਦੀ ਹੈ। ਤੇ ਦੂਸਰੇ ਪਾਸੇ ਯੂਰਪੀ ਯੂਨੀਅਨ ਨੇ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਵੀ ਲਗਾ ਦਿੱਤੀਆਂ ਸੀ, ਆਪਣੀ ਹਵਾਈ ਪੱਟੀ ਵੀ ਬੰਦ ਕਰ ਦਿੱਤੀ ਸੀ, ਜਿਸ ਦੇ ਕਾਰਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੁਰੱਖਿਆ ਕੌਂਸਲ ਦੀ ਸਪੈਸ਼ਲ ਮੀਟਿੰਗ ਸੀ ਜਨੀਵਾ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਨੀਵਾ ਪਹੁੰਚਣਾ ਸੀ, ਪਰ ਇਹ ਹਵਾਈ ਖੇਤਰ ਬੰਦ ਕੀਤੇ ਜਾਣ ਦੇ ਕਾਰਨ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਬਣ ਸਕੇ। ਤੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿੱਚ ਦੇਰ ਰਾਤ ਚੀਨ ਦੇ ਐਂਬੈਸਡਰ ਝਾਂਗ ਝੁਨ ਨੇ ਆਖਿਆ ਕਿ ਰੂਸ ਅਤੇ ਯੂਕਰੇਨ ਦੀ ਜੰਗ ਬੰਦ ਹੋਣੀ ਚਾਹੀਦੀ ਹੈ। ਦੋਵਾਂ ਮੁਲਕਾਂ ਨੂੰ ਗੱਲਬਾਤ ਦੇ ਰਾਹੀਂ ਇਸ ਮੁੱਦੇ ਨੂੰ ਸੁਲਝਾ ਲੈਣਾ ਚਾਹੀਦਾ ਹੈ। ਇਹਦੇ ਨਾਲ ਹੀ ਰੂਸ ਨੂੰ ਇੱਕ ਹੋਰ ਵੱਡਾ ਤੇ ਕਰਾਰਾ ਝਟਕਾ ਲੱਗ ਗਿਆ। ਪਹਿਲਾ ਝਟਕਾ ਤਾਂ ਇਹ ਸੀ ਕਿ ਬਹੁਤ ਸਾਰੇ ਮੁਲਕਾਂ ਨੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ। ਦੂਸਰਾ ਝਟਕਾ ਇਹ ਸੀ ਕਿ ਸਮੁੱਚੇ ਯੂਰਪ ਸਮੇਤ ਕੈਨੇਡਾ ਨੇ ਵੀ ਆਪਣੀ ਹਵਾਈ ਪੱਟੀ ਵਰਤਣ ਦੇ ਉੱਤੇ ਰੂਸ ਤੇ ਪਾਬੰਦੀ ਲਗਾ ਦਿੱਤੀ ਸੀ। ਤੇ ਹੁਣ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰੂਸ ਅਤੇ ਬੇਲਾਰੂਸ ਦੇ ਐਥਲੀਟਸ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਇਹਨਾਂ ਪਾਬੰਦੀਆਂ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਪਰ ਜਿਸ ਕਮੇਟੀ ਨੇ ਇਹ ਸਿਫਾਰਿਸ਼ਾਂ ਕੀਤੀਆਂ ਨੇ,
ਓਲੰਪਿਕ ਕਮੇਟੀ ਉਹਨਾਂ ਦੀਆਂ ਸਿਫਾਰਿਸ਼ਾਂ ਨੂੰ ਕਦੇ ਇਗਨੋਰ ਨਹੀਂ ਕਰਦੀ। ਕਹਿਣ ਦਾ ਭਾਵ ਹੋ ਸਕਦਾ ਕਿ ਓਲੰਪਿਕਸ ਦੇ ਵਿੱਚ ਰੂਸ ਅਤੇ ਬੇਲਾਰੂਸ ਦੇ ਐਥਲੀਟਸ ਦੇ ਵਾਸਤੇ ਦਰਵਾਜ਼ੇ ਬੰਦ ਹੋ ਜਾਣ। ਬਹੁਤ ਵੱਡਾ ਤੇ ਇੱਕ ਕਰਾਰਾ ਝਟਕਾ ਹੈ। ਇਹਦੇ ਨਾਲ ਹੀ ਕੁਝ ਹੋਰ ਅਪਡੇਟਸ ਵੀ ਇਸ ਲੜਾਈ ਦੇ ਬਾਬਤ ਮਿਲੀਆਂ ਨੇ ਕਿ ਯੂਕਰੇਨ ਦੀ ਲੜਾਈ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਕੁਝ ਕੈਦੀ। ਉਹਨਾਂ ਨੂੰ ਮਿਲਟਰੀ ਦੀ ਟ੍ਰੇਨਿੰਗ ਦੇ ਕੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਰਿਹਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹਦੇ ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਨੇ ਇੱਕ ਹਫ਼ਤੇ ਦੇ ਵਿੱਚ ਦੂਸਰੀ ਵਾਰ ਰੂਸੀ ਰਾਸ਼ਟਰਪਤੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਅਤੇ ਯੂਕਰੇਨ ਉੱਤੇ ਕੀਤੇ ਜਾ ਰਹੇ ਹਮਲੇ ਤੁਰੰਤ ਬੰਦ ਕਰਨ ਵਾਸਤੇ ਵੀ ਉਹਨਾਂ ਨੂੰ ਆਖਿਆ। ਤੇ ਦੂਸਰੇ ਪਾਸੇ ਬਰਤਾਨੀਆ ਨੇ ਪਹਿਲਾਂ ਤਾਂ ਹਵਾਈ ਖੇਤਰ ਬੈਨ ਕਰ ਦਿੱਤਾ ਸੀ, ਪਰ ਹੁਣ ਰੂਸ ਦੇ ਵਾਸਤੇ ਉਹਨਾਂ ਨੇ ਆਪਣੇ ਸਾਰੇ ਸਮੁੰਦਰੀ ਰਸਤੇ ਬਲੌਕ ਕਰਨ ਦਾ ਵੀ ਫੈਸਲਾ ਸੁਣਾ ਦਿੱਤਾ ਹੈ। ਤੇ ਨਾਲ ਹੀ ਰਾਜਧਾਨੀ ਕੀਵ ਦੇ ਮੇਅਰ ਨੇ ਆਖਿਆ ਹੈ ਕਿ ਕੀਵ ਤੋਂ ਬਾਹਰ ਨਿਕਲਣ ਵਾਲੇ ਸਾਰੇ ਰਸਤੇ ਹੁਣ ਬੰਦ ਹੋ ਚੁੱਕੇ ਨੇ। ਰੂਸੀ ਫੌਜ ਨੇ ਕੀਵ ਨੂੰ ਚੁਫੇਰਿਓਂ ਘੇਰ ਲਿਆ। ਮਿਲੀ ਜਾਣਕਾਰੀ ਅਨੁਸਾਰ ਰੂਸ ਨੇ ਬੇਲਾਰੂਸ ਤੋਂ ਯੂਕਰੇਨ ਤੇ ਬੈਲਿਸਟਿਕ ਮਿਜ਼ਾਈਲਾਂ ਲਾਂਚ ਕਰ ਦਿੱਤੀਆਂ ਨੇ। ਯੂਕਰੇਨ ਨੇ ਵੀ ਪਲਟਵਾਰ ਕੀਤਾ ਹੈ। ਬਹੁਤ ਸਾਰੇ ਫੌਜੀ ਮਾਰੇ ਜਾਣ ਦੀ ਪੁਸ਼ਟੀ ਵੀ ਕੀਤੀ ਹੈ। ਹਾਲਾਂਕਿ ਮੌਤਾਂ ਕਿੰਨੀਆਂ ਹੋਈਆਂ ਨੇ ਇਹਦੇ ਬਾਰੇ ਤੇ ਅਧਿਕਾਰਤ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਮੌਤਾਂ ਦਾ ਅੰਕੜਾ ਕੀ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਜੇਕਰ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।